ਸੋ ਸਾਰੇ ਦੇ ਸਾਰੇ ਕੈਂਡੀਡੇਟ ਦਾ ਸਭ ਤੋਂ ਪਹਿਲਾਂ ਦਰੋਣ ਅਕੈਡਮੀ ਚੈਨਲ ਦੁਆਰਾ ਸਵਾਗਤ ਕੀਤਾ ਜਾਂਦਾ ਹੈ। ਜੋ ਵੀ ਇਸ ਚੈਨਲ ਨਾਲ ਜੁੜੇ ਹੋਏ ਹਨ, ਸੋ ਉਹਨਾਂ ਅੱਜ ਆਪਾਂ ਸਭ ਤੋਂ ਪਹਿਲਾਂ ਇਹਦੀ ਗੱਲ ਕਰਦੇ ਹਾਂ। ਅੱਜ ਆਪਾਂ ਪੜ੍ਹਾਂਗੇ ਦਲ ਖਾਲਸਾ ਛੋਟਾ ਘੱਲੂਘਾਰਾ ਅਤੇ ਵੱਡਾ ਘੱਲੂਘਾਰਾ ਦੇ ਵਿੱਚ। ਪਿਛਲੀ ਕਲਾਸ ਦੇ ਵਿੱਚ ਜਿਵੇਂ ਕਿ ਆਪਾਂ ਨੇ ਪੜ੍ਹਿਆ ਸੀ ਬੰਦਾ ਸਿੰਘ ਬਹਾਦਰ ਬਾਰੇ ਪੜ੍ਹਿਆ ਸੀ ਪੂਰੀ ਡਿਟੇਲ ਦੇ ਵਿੱਚ। ਸੋ ਅੱਜ ਦੀ ਕਲਾਸ ਦੇ ਵਿੱਚ ਆਪਾਂ ਪੜ੍ਹਨ ਜਾ ਰਹੇ ਹਾਂ ਦਲ ਖਾਲਸਾ। ਸੋ ਜੇਕਰ ਤੁਹਾਨੂੰ ਇਹ ਸਾਰਾ ਵਧੀਆ ਲੱਗ ਰਿਹਾ ਤਾਂ ਕਲਾਸ ਨੂੰ ਲਾਈਕ ਜ਼ਰੂਰ ਕਰਨਾ ਅਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ। ਜਿਹੜੇ ਫਸਟ ਟਾਈਮ ਆ ਰਹੇ ਨੇ ਇਸ ਚੈਨਲ ਦੇ ਉੱਪਰ ਉਹ ਇਹਨੂੰ ਸਬਸਕ੍ਰਾਈਬ ਜ਼ਰੂਰ ਕਰੋ। ਓਕੇ, ਸੋ ਆਪਾਂ ਕਰਦੇ ਇਹ ਤੁਹਾਨੂੰ ਡੇਲੀ ਦੇਖਣ ਨੂੰ ਮਿਲਿਆ ਕਰਨਗੀ 1-2 ਕਲਾਸ। ਇਸ ਤਰੀਕੇ ਨਾਲ ਆਪਾਂ ਪੂਰਾ ਪੰਜਾਬ ਦਾ ਇਤਿਹਾਸ ਕਵਰ ਕਰ ਲਾਂਗੇ ਅਤੇ ਇਹ ਜਿਹੜਾ ਹੈ ਕਿ ਤੁਹਾਨੂੰ ਵੱਧ ਤੋਂ ਵੱਧ ਮੇਰੇ ਰਹਿੰਦਾ ਹੈ ਕਿ ਸ਼ੋਰਟ ਟਾਈਮ ਦੇ ਵਿੱਚ ਤੁਹਾਨੂੰ ਜ਼ਿਆਦਾ ਨੌਲੇਜ ਮਿਲ ਜਾਵੇ ਅਤੇ ਜਿਹੜਾ ਕਿ ਤੁਹਾਨੂੰ ਪੇਪਰ ਦੇ ਵਿੱਚ ਲਾਹੇਵੰਦ ਹੋਵੇ। ਸੋ ਹੁਣ ਆਪਾਂ ਅੱਗੇ ਚੱਲਦੇ ਹਾਂ, ਦਲ ਖਾਲਸਾ ਸ਼ੁਰੂ ਕਰਦੇ ਹਾਂ। ਜਦੋਂ ਦੇਖੋ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੇ ਵਿੱਚ ਜਿਹੜਾ ਸਿੱਖਾਂ ਦੀ ਅਗਵਾਈ ਵਾਸਤੇ ਕੋਈ ਅੱਗੇ ਨਹੀਂ ਰਿਹਾ ਸੀ। ਸੋ ਹੁਣ ਉਸ ਤੋਂ ਬਾਅਦ ਮੁਗਲ ਸਲਤਨਤ ਖਿਲਾਫ ਛਿੜਿਆ ਸੰਘਰਸ਼ ਹੁਣ ਲੋਕ ਲਹਿਰ ਦਾ ਰੂਪ ਲੈ ਲਿਆ ਸੀ ਅਤੇ ਸਿੱਖ ਸੈਨਿਕਾਂ ਨੇ ਅੰਮ੍ਰਿਤਸਰ ਉੱਪਰ ਆਪਣਾ ਕਬਜ਼ਾ ਕਰ ਲਿਆ ਸੀ ਮੁੜ ਤੋਂ। ਜਿਹੜਾ ਕਿ ਜਦੋਂ ਆਪਾਂ ਦੇਖਿਆ ਸੀ ਉਸ ਟਾਈਮ ਦੇ ਵਿੱਚ, ਸੋ ਜਿਵੇਂ ਪਿਛਲੀ ਕਲਾਸ ਦੇ ਵਿੱਚ ਤੁਸੀਂ ਦੇਖਿਆ ਸੀ ਕਿ ਲੋਹਗੜ੍ਹ ਦਾ ਜਿਹੜਾ ਕਿਲ੍ਹਾ ਸੀ ਉਹਨਾਂ 'ਤੇ ਇੱਕਦਮ ਹਮਲਾ ਕਰਕੇ ਖੋਹ ਲਿਆ ਗਿਆ ਸੀ ਬੰਦਾ ਸਿੰਘ ਬਹਾਦਰ ਤੋਂ। ਸੋ ਉਹ ਹੁਣ ਸਿੱਖਾਂ ਨੇ ਦੁਬਾਰਾ ਅੰਮ੍ਰਿਤਸਰ ਦੇ ਉੱਪਰ ਕਬਜ਼ਾ ਕਰ ਲਿਆ ਅਤੇ ਇਸ ਨੂੰ ਸਿੱਖੀ ਗਤੀਵਿਧੀਆਂ ਦਾ ਕੇਂਦਰ ਬਣਾ ਲਿਆ। ਹਰਿਮੰਦਰ ਸਾਹਿਬ ਦਾ ਕੰਮਕਾਜ ਦੇਖਣ ਲਈ ਭਾਈ ਮਨੀ ਸਿੰਘ ਨੂੰ ਨਿਯੁਕਤ ਕੀਤਾ ਗਿਆ। ਸੋ ਇਹ ਜਿਹੜੀ ਚੀਜ਼ਾਂ ਨੇ ਇਹ ਨੋਟ ਕਰਦੇ ਰਹੋ ਨਾਲ ਦੀ ਨਾਲ, ਠੀਕ ਹੈ। ਜਿਹੜਾ ਵੀ ਮੈਂ ਦੱਸ ਰਿਹਾ ਤੁਹਾਨੂੰ, ਸਿੱਖਾਂ ਨੇ ਆਪਣੀ ਜਾਤੀ ਮਸਲੇ ਹੱਲ ਕਰਨ ਲਈ ਹੁਣ ਨਵੀਂ ਰਿਵਾਇਤ ਆਰੰਭੀ ਅਤੇ ਅੰਮ੍ਰਿਤਸਰ ਵਿੱਚ ਵਿਸਾਖੀ ਅਤੇ ਦੀਵਾਲੀ ਮੌਕੇ ਇਕੱਠੇ ਹੁੰਦੇ ਵਿਚਾਰ। ਸੋ ਇਸ ਚੀਜ਼ ਨੇ ਉਹਨਾਂ ਨੂੰ ਸਰਬੱਤ ਖਾਲਸਾ ਦਾ ਨਾਮ ਦਿੱਤਾ ਗਿਆ, ਜਿਹੜਾ ਕਿ ਇਕੱਠ ਹੁੰਦਾ ਸੀ। ਸੋ ਸਰਬੱਤ ਖਾਲਸਾ ਬਾਰੇ ਤੁਹਾਨੂੰ ਜਾਣਕਾਰੀ ਹੋ ਗਈ ਹੈ। ਇਹਨਾਂ ਨੇ ਜਥੇਦਾਰ ਨਿਯੁਕਤ ਕੀਤੇ, ਉਹਨਾਂ ਨੂੰ ਪਹਾੜੀਆਂ ਅਤੇ ਜੰਗਲਾਂ ਦੇ ਵਿੱਚ ਪੈਂਦੇ ਪਿੰਡਾਂ ਦੀ ਰਾਖੀ ਦੇ ਨਿਰਦੇਸ਼ ਦਿੱਤੇ, ਠੀਕ ਹੈ। ਸੋ ਹੁਣ ਆਪਾਂ 1733 ਈਸਵੀ ਵਿੱਚ ਲਾਹੌਰ ਦਾ ਮੁਗਲ ਨਵਾਬ ਜ਼ਕਰੀਆ ਖਾਨ ਸੀ ਜਿਹੜਾ ਕਿ ਸਿੱਖਾਂ ਦਾ ਬਹੁਤ ਹੀ ਵਿਰੋਧੀ ਸੀ। ਉਹਨਾਂ ਨੇ ਬਹੁਤ ਹੀ ਸਿੱਖਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਸੋ ਉਹਨਾਂ ਨੇ ਉਹਨਾਂ ਨੇ ਬਹੁਤ ਹੀ ਸਾਜ਼ਿਸ਼ਾਂ ਰਚੀਆਂ। ਉਸਨੇ ਸਿੱਖਾਂ ਨੂੰ ਜਗੀਰ ਦਿੱਤੀ ਅਤੇ ਉਹਨਾਂ ਦੇ ਮੁਖੀਆਂ ਨੂੰ ਨਵਾਬ ਦੀ ਉਪਾਧੀ ਦੇ ਦਿੱਤੀ ਤਾਂ ਕਿ ਅਸੀਂ ਸਿੱਖਾਂ ਨੂੰ ਉਹ ਆਪਣੇ ਹਿਸਾਬ ਨਾਲ ਪਾ ਸਕੇ। ਉਹਨਾਂ ਨੂੰ ਲਾਲਚ ਦੇਣਾ ਚਾਹੁੰਦਾ ਸੀ। ਸੋ ਸਰਬੱਤ ਖਾਲਸਾ ਜਿਹੜਾ ਇੱਕ ਉੱਭਰ ਕੇ ਆ ਰਿਹਾ ਸੀ, ਉਹਨਾਂ ਦੇ ਮੁਖੀਆ ਕਪੂਰ ਸਿੰਘ ਜੀ। ਸੋ ਉਹਨਾਂ ਨੂੰ ਵੀ ਨਵਾਬ ਦੀ ਉਪਾਧੀ ਦਿੱਤੀ ਜਾਂਦੀ, ਜੋ ਕਿ ਇਹਨਾਂ ਨੂੰ ਜਿਹੜਾ ਪੰਜਾਬ ਦਾ ਇਤਿਹਾਸ ਹੈ ਉਹਨਾਂ ਨੂੰ ਅੱਜ ਵੀ ਨਵਾਬ ਕਪੂਰ ਸਿੰਘ ਦੇ ਨਾਮ ਤੋਂ ਹੀ ਜਾਣਿਆ ਜਾਂਦਾ ਹੈ ਇਸ ਦੇ ਵਿੱਚ। ਓਕੇ, ਸੋ ਹੁਣ ਆਪਾਂ ਅੱਗੇ ਵੱਧਦੇ ਹਾਂ ਨੈਕਸਟ ਪੇਜ 'ਤੇ। ਨਵਾਬ ਕਪੂਰ ਸਿੰਘ ਨੇ, ਪਰ ਇਹ ਹੈ ਜੇ ਨਵਾਬ ਕਪੂਰ ਸਿੰਘ ਦਾ ਜਿਹੜਾ ਯੋਗਦਾਨ ਸੀ ਨਾ, ਇਹ ਬਹੁਤ ਹੀ ਵਧੀਆ ਮੰਨਿਆ ਜਾਂਦਾ ਹੈ ਜਿਹੜਾ ਕਿ ਇਸ ਦੇ ਸਿੱਖ ਇਤਿਹਾਸ ਦੇ ਵਿੱਚ, ਕਿਉਂਕਿ ਇਹਨਾਂ ਨੇ ਬਿਨਾਂ ਕਿਸੇ ਆਪਣੇ ਕਿਸੇ ਪਰਸਨਲ ਹਿੱਤ ਦੇ ਨਾ ਕੋਈ ਲਾਲਚ ਸੀ, ਤਾਂ ਇਹਨਾਂ ਨੇ ਬਿਲਕੁਲ ਸਿੱਖਾਂ ਨੂੰ ਆਪਣੇ ਮੁੱਖ ਰੱਖਦੇ ਹੋਇਆਂ। ਸੋ ਇਹਨਾਂ ਨੇ ਜਦੋਂ ਹੈੱਡ ਮੰਨਿਆ ਜਾਂਦਾ ਸੀ ਨਵਾਬ ਕਪੂਰ ਸਿੰਘ ਨੂੰ, ਤਾਂ ਇਹਨਾਂ ਨੇ ਆਪਣੇ ਸਿੱਖਾਂ ਨੂੰ 2 ਹਿੱਸਿਆਂ ਦੇ ਵਿੱਚ ਵੰਡਿਆ, ਇੱਕ ਬੁੱਢਾ ਦਲ ਅਤੇ ਇੱਕ ਤਰੁਣਾ ਦਲ। ਸੋ ਜਿਹੜਾ ਬੁੱਢਾ ਦਲ ਦਾ ਕੰਮ ਹੁੰਦਾ ਸੀ, ਉਹ ਵਡੇਰੀ ਉਮਰ ਦੇ ਸੀ। ਉਹ ਨੌਜਵਾਨ ਫੌਜਾਂ ਨੂੰ ਨੌਜਵਾਨਾਂ ਨੂੰ ਇੱਕ ਤਾਂ ਸਿੱਖੀ ਬਾਰੇ ਦੱਸਦੇ ਸੀ ਅਤੇ ਦੂਸਰਾ ਉਹਨਾਂ ਨੂੰ ਯੁੱਧ ਲੜਨ ਦੀ ਕਿਰਿਆ ਦੱਸਦੇ ਸੀ। ਅਤੇ ਜਿਹੜਾ ਬੁੱਢਾ ਦਲ ਸੀ ਦੂਜਾ, ਇਹਨਾਂ ਦਾ ਕੰਮ ਸੀ ਗੁਰਦੁਆਰਿਆਂ ਦੀ ਸਾਂਭ ਸੰਭਾਲ ਦੇ ਨਾਲ ਨਾਲ ਤੁਰਨਾ ਦਲ ਨੂੰ ਸਹੀ ਅਗਵਾਈ ਅਤੇ ਸਿਖਲਾਈ ਦੇਣਾ, ਜਦੋਂ ਕਿ ਤੁਰਨਾ ਦਲ ਦਾ ਕੰਮ ਫੌਜੀ ਹਮਲਿਆਂ ਨਾਲ ਨਜਿੱਠਣਾ ਸੀ। ਸੋ ਨਵਾਬ ਕਪੂਰ ਸਿੰਘ ਅਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਜ਼ਕਰੀਆ ਖਾਨ ਦੇ ਇਸ ਰਵੱਈਏ ਦਾ ਭਰਪੂਰ ਲਾਭ ਲਿਆ। ਜਦੋਂ ਕਿ ਜ਼ਕਰੀਆ ਖਾਨ ਸੋਚ ਰਿਹਾ ਸੀ ਕਿ ਅਸੀਂ ਇਹਨਾਂ ਨੂੰ ਆਪਣੇ ਵਿੱਚ ਮਿਲਾ ਲਾਂਗੇ ਅਤੇ ਇਹਨੂੰ ਖਤਮ ਕਰਦੇ, ਪਰ ਇਹਨਾਂ ਨੇ ਇਮਾਨਦਾਰੀ ਵਰਤਦੇ ਹੋਏ ਆਪਣੇ ਬਿਲਕੁਲ ਅਹੁਦੇ ਤੋਂ ਵੀ ਉਹਨਾਂ ਨੇ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ। ਪਰ ਜ਼ਕਰੀਆ ਖਾਨ ਅਤੇ ਨਵਾਬ ਸਿੰਘ ਵਿਚਕਾਰ ਹੋਈ ਸੰਧੀ 1735 ਈਸਵੀ ਵਿੱਚ ਟੁੱਟ ਗਈ। ਸਰਕਾਰ ਨੇ ਜਗੀਰ 'ਤੇ ਮੁੜ ਕਬਜ਼ਾ ਕਰ ਲਿਆ। ਜਿਹੜੀ ਇਹਨਾਂ ਨੂੰ ਜਗੀਰ ਦਿੱਤੀ ਗਈ ਸੀ ਉਹ ਵਾਪਸ ਲੈ ਲਏਗੀ ਅਤੇ ਸਰਬੱਤ ਖਾਲਸਾ ਨੂੰ ਗੈਰ ਕਾਨੂੰਨੀ ਘੋਸ਼ਿਤ ਕਰ ਦਿੱਤਾ। ਇਸ ਦਾ ਅਸਤਿਤਵ ਮਿਟਾ ਦਿੱਤਾ ਗਿਆ। ਹਰਿਮੰਦਰ ਸਾਹਿਬ ਦੇ ਪਾਠੀ ਭਾਈ ਮਨੀ ਸਿੰਘ ਦੀ ਸ਼ਹਾਦਤ ਨੇ ਸਿੱਖ ਅੰਦਰ ਰੋਸ਼ ਦੀ ਹੋਰ ਲਹਿਰ ਪੈਦਾ ਕਰ ਦਿੱਤੀ। ਪਰ ਬਦਲਾ ਲੈਣ ਦੀ ਤੋਂ ਪਹਿਲਾਂ ਹੀ ਨਾਦਰ ਸ਼ਾਹ ਨੇ 1778, ਤਾਂ ਕਿ ਸਿੱਖ ਜਦੋਂ ਇਸ ਚੀਜ਼ ਦਾ ਬਦਲਾ ਲੈਣ ਦੀ ਸੋਚ ਰਹੇ ਸੀ, ਤਾਂ ਨਾਦਰ ਸ਼ਾਹ ਨੇ 1738 ਈਸਵੀ ਵਿੱਚ ਪੰਜਾਬ 'ਤੇ ਹਮਲਾ ਕਰ ਦਿੱਤਾ ਅਤੇ ਖਾਲਸੇ ਨੇ ਨਾਦਰ ਸ਼ਾਹ ਨੂੰ ਨਾ ਬਖਸ਼ਿਆ। ਉਹਨਾਂ ਨੇ ਨਾਦਰ ਸ਼ਾਹ ਦੁਆਰਾ ਇਕੱਠੇ ਕੀਤੇ ਲੁੱਟ ਦੇ ਮਾਲ ਨੂੰ ਖੋਹ ਲਿਆ। ਜਾਣ ਤੋਂ ਪਹਿਲਾਂ ਨਾਦਰ ਸ਼ਾਹ ਜਿਹੜਾ ਕਿ ਜਿੱਤ ਕੇ ਆ ਰਿਹਾ ਸੀ, ਉਸ ਦੇ ਕੋਲ ਕਾਫੀ ਮਾਲ ਸੀ, ਉਹ ਲੁੱਟ ਕੇ ਵੀ ਉਹਨਾਂ ਨੇ
ਜਿਹੜਾ ਹੈ ਕਿ ਮਤਲਬ ਪਰ ਉਹਦੇ ਨਾਦੇਰ ਸ਼ਾਹ ਜਾਂਦਾ ਜਾਂਦਾ ਜਿਹੜਾ ਸੀ ਜ਼ਕਰੀਆ ਖਾਨ ਨੂੰ ਇੱਕ ਚੀਜ਼ ਦੱਸ ਕੇ ਗਿਆ ਕਿ ਜੇਕਰ ਤੁਸੀਂ ਉਹਨਾਂ ਨੇ ਇਹਨਾਂ ਨੂੰ ਲੜਾਕੂਆਂ ਦਾ ਨਾਮ ਦਿੱਤਾ, ਪਰ ਜੇ ਇਹਨਾਂ ਨੂੰ ਤੁਸੀਂ ਨਹੀਂ ਟਾਈਮ ਤੋਂ ਸੰਭਾਲਿਆ ਤਾਂ ਇਹ ਤੁਹਾਨੂੰ ਇੱਕ ਦਿਨ ਰਾਜ ਭੋਗ ਖੋਹ ਲੈਣਗੇ। ਸੋ ਜ਼ਕਰੀਆ ਖਾਨ ਨੇ ਨਾਦਿਰ ਸ਼ਾਹ ਦੀ ਚੇਤਾਵਨੀ ਸੀ ਜਿਹੜੀ ਯਾਦ ਰੱਖੀ, ਠੀਕ ਹੈ। ਅਤੇ ਉਹ ਆਪਣਾ ਲਾਹੌਰ ਦੀ ਘੋੜਾ ਮੰਡੀ, ਜਿਸ ਨੂੰ ਅੱਜ ਕੱਲ੍ਹ ਸ਼ਹੀਦਗੰਜ ਕਿਹਾ ਜਾਂਦਾ, ਵੀ ਹਜ਼ਾਰਾਂ ਸਿੱਖਾਂ ਦਾ ਜ਼ਕਰੀਆ ਦੇ ਹੁਕਮਾਂ 'ਤੇ ਕਤਲ ਅਤੇ ਵੱਢ ਦਿੱਤੇ ਗਏ। 1745 ਈਸਵੀ ਵਿੱਚ ਜ਼ਕਰੀਆ ਖਾਨ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰ ਯਹੀਆ ਖਾਨ ਨੇ ਕਮਾਨ ਸੰਭਾਲੀ ਅਤੇ ਸਿੱਖਾਂ ਪ੍ਰਤੀ ਆਪਣਾ ਜ਼ਾਲਮਾਨਾ, ਦੇਖੋ 1745 ਈਸਵੀ ਵਿੱਚ ਜ਼ਕਰੀਆ ਖਾਨ ਦੀ ਮੌਤ ਹੋ ਗਈ ਸੀ, ਤਾਂ ਉਸ ਤੋਂ ਬਾਅਦ ਉਹਦਾ ਪੁੱਤਰ ਆਇਆ ਯਹੀਆ ਖਾਨ, ਪਰ ਉਹਨੇ ਵੀ ਆਪਣੇ ਪਿਤਾ ਵਾਲੀ ਹੀ ਜਿਹੜਾ ਸੀ ਜ਼ਾਲਮਾਨਾ ਰੂਪ ਉਹ ਤਿਆਰ ਰੱਖਿਆ। ਲਾਹੌਰ ਦੇ ਦੀਵਾਨ ਲਖਪਤ, ਜਿਹੜਾ ਇਹ ਲਾਹੌਰ ਦਾ ਦੀਵਾਨ ਸੀ ਇੱਕ ਲਖਪਤ ਰਾਏ, ਜਿਹਦੀ ਆਪਾਂ ਗੱਲ ਕਰਾਂਗੇ। ਦੇਖੋ ਲਾਹੌਰ ਦਾ ਜਿਹੜਾ ਦੀਵਾਨ ਸੀਗਾ ਲਖਪਤ ਰਾਏ ਦੇ ਭਰਾ ਜਸਪਤ ਰਾਏ ਦੀ 1740 ਈਸਵੀ ਸਿੱਖਾਂ ਤੋਂ ਹੋਈ ਮੌਤ ਦਾ ਉਸਨੂੰ ਹੋਰ ਵੀ ਭੜਕਾ ਦਿੱਤਾ। ਇੱਕ ਵੱਡੀ ਉਹਨੇ ਫਿਰ ਜਿਹੜਾ ਆਪਣਾ ਲਖਪਤ ਰਾਏ ਸੀ, ਤਾਂ ਉਹਨੇ ਮੁਗਲਾਂ ਨਾਲ ਇੱਕ ਵੱਡੀ ਸੈਨਾ ਉਹਨਾਂ ਨੇ ਗੁਰਦਾਸਪੁਰ ਨੇੜੇ ਕਾਹਨੂਵਾਲ ਵਿਖੇ ਹਮਲਾ ਕਰਕੇ 7000 ਤੋਂ ਵੱਧ ਸਿੱਖਾਂ ਨੂੰ ਮਾਰ ਦਿੱਤਾ ਅਤੇ ਇਸ ਨੂੰ ਛੋਟੇ ਘੱਲੂਘਾਰਾ ਦਾ ਨਾਮ ਦਿੱਤਾ ਜਾਂਦਾ ਸੀ। ਸੋ ਛੋਟੇ ਘੱਲੂਘਾਰੇ ਡਿਟੇਲ ਵਿੱਚ ਆਪਾਂ ਥੋੜ੍ਹੀ ਦੇਰ ਵਿੱਚ ਪੜ੍ਹਾਂਗੇ। ਸੋ ਆਪਾਂ ਹੁਣ ਅੱਗੇ ਜਨਵਰੀ 1748 ਈਸਵੀ ਵਿੱਚ ਅਫਗਾਨਿਸਤਾਨ ਦਾ ਨਵਾਂ ਸ਼ਾਸਕ ਅਹਿਮਦ ਸ਼ਾਹ ਅਬਦਾਲੀ ਯਹੀਆ ਖਾਨ ਦੇ ਭਰਾ ਯਹੀਆ ਖਾਨ ਦਾ ਜੋ ਭਰਾ ਸੀ ਸ਼ਾਹ ਨਿਵਾਜ਼ ਦੇ ਸੱਦੇ 'ਤੇ ਭਾਰਤ ਆਇਆ। ਅਹਿਮਦ ਸ਼ਾਹ ਅਬਦਾਲੀ ਲਾਹੌਰ ਦੀ ਲੁੱਟ ਖਸੁੱਟ ਮਗਰੋਂ ਅਬਦਾਲੀ ਦਿੱਲੀ ਵੱਲ ਨੂੰ ਵਧਿਆ, ਜਿੱਥੇ ਮੁਗਲ ਫੌਜ ਦੇ ਕਮਾਂਡਰ ਮੀਰ ਮੰਨੂ ਹੱਥੋਂ ਹਾਰ ਚੱਲਣੀ ਪਈ। ਹਾਲਾਂਕਿ ਉੱਥੋਂ ਹਾਰ ਗਿਆ ਸੀ, ਪਰ ਇਸ ਰਾਜਨੀਤਿਕ ਸਸਪੈਂਸ ਦਾ ਲਾਭ ਲੈਂਦਿਆਂ ਸਰਬੱਤ ਖਾਲਸਾ ਨੇ ਮੁੜ ਆਪਣੀ ਪਛਾਣ ਬਣਾਈ। ਖਾਲਸਾ ਦੀਆਂ ਸਾਰੀ ਫੌਜਾਂ 1748 ਈਸਵੀ ਵਿੱਚ ਇੱਕ ਝੰਡੇ ਹੇਠ ਇਕੱਠੀਆਂ ਹੋਈਆਂ, ਜਿਸ ਨੂੰ ਦਲ ਖਾਲਸਾ ਕਿਹਾ ਗਿਆ। ਅਤੇ ਜਿਹੜਾ ਦਲ ਖਾਲਸਾ ਸੀ ਉਹ ਹੋਈਆਂ, ਜਿਸ ਨੂੰ ਦਲ ਖਾਲਸਾ ਗਿਆ। ਇਸ ਦੀ ਕਮਾਨ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਇਹ ਨਾਮ ਬਹੁਤ ਹੀ ਮਤਲਬ ਤੁਹਾਨੂੰ ਸੁਣਨ ਦੇ ਵਿੱਚ ਮਿਲੇਗਾ, ਜੱਸਾ ਸਿੰਘ ਆਹਲੂਵਾਲੀਆ ਅਤੇ ਨਵਾਬ ਕਪੂਰ ਸਿੰਘ, ਇਹਨਾਂ ਦੋਵਾਂ ਨੇ ਯਾਦ ਰੱਖਣਾ ਹੈ। ਇਹ ਜਿਹੜੀ ਦਲ ਖਾਲਸਾ ਦੀ ਕਮਾਨ ਹੈ ਹੁਣ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਸੰਭਾਲੀ। ਇਹ ਦਲ ਨੂੰ 11 ਇਕਾਈਆਂ ਦੇ ਵਿੱਚ ਵੰਡਿਆ ਗਿਆ। ਇਹਨਾਂ ਹੀ 11 ਇਕਾਈਆਂ ਨੂੰ ਮਿਸਲਾਂ ਵੀ ਕਿਹਾ ਜਾਂਦਾ ਹੈ। ਸੋ 11 ਇਕਾਈਆਂ ਦੇ ਹਾਲਾਂਕਿ ਹਰ ਮਿਸਲ ਨੂੰ ਨਾਮ ਅਤੇ ਨੇਤਾ ਦਿੱਤਾ ਗਿਆ ਜਿਹੜਾ ਸੀ, ਪਰ ਹੁਣ ਜਿਵੇਂ ਆਪਾਂ ਅੱਗੇ ਪੜ੍ਹਦੇ ਹਾਂ 12ਵੀਂ ਮਿਸਲ ਸੀ, ਜਿਹੜੀ 12ਵੀਂ ਮਿਸਲ ਫੂਲਕੀਆ ਮਿਸਲ ਦਲ ਖਾਲਸਾ ਦੇ ਭਾਗ ਨਹੀਂ ਸੀ। ਜਿਹੜਾ ਸਰਬੱਤ ਖਾਲਸਾ ਸੀ ਉਹ ਇਹਦਾ ਭਾਗ ਨਹੀਂ ਸੀ, ਅਤੇ ਕਈ ਵਾਰ ਇਸ ਨੇ ਜਨ ਵਿਰੋਧੀ ਕਾਰਵਾਈਆਂ ਵੀ ਕੀਤੀਆਂ ਸੀ, ਜਿਹੜੀ ਇਹ ਫੂਲਕੀਆ ਮਿਸਲ ਸੀ। ਥੋੜ੍ਹੇ ਸਮੇਂ ਬਾਅਦ ਦਲ ਖਾਲਸਾ ਦਾ ਪੰਜਾਬ ਦੇ ਵੱਡੇ ਹਿੱਸੇ 'ਤੇ ਕਬਜ਼ਾ ਕਰ ਲਿਆ, ਅਤੇ ਦਲ ਖਾਲਸਾ ਨੇ ਪਹਿਲਾਂ ਸਰਹੰਦ ਵਿਖੇ ਅਹਿਮਦ ਸ਼ਾਹ ਅਬਦਾਲੀ ਦੇ ਗਵਰਨਰ ਨੂੰ ਹਰਾਇਆ। ਸੋ ਇਹ ਇੱਕ ਦਲ ਖਾਲਸਾ ਆਪਣੇ ਰੂਪ ਵਿੱਚ ਆ ਰਿਹਾ ਹੈ। ਸਭ ਤੋਂ ਪਹਿਲਾਂ ਇਹ ਸਰਬੱਤ ਖਾਲਸਾ ਸੀ, ਜਿਹਨੂੰ ਨਵਾਬ ਕਪੂਰ ਸਿੰਘ ਨੇ ਇਹਦੇ ਹੈੱਡ ਸਨ, ਅਤੇ ਫਿਰ ਉਹਦੇ ਤੋਂ ਬਾਅਦ ਜੱਸਾ ਸਿੰਘ ਆਹਲੂਵਾਲੀਆ। ਜਿਵੇਂ ਹੀ ਦਲ ਖਾਲਸਾ ਇਕੱਠਾ ਹੋਇਆ, ਉਹਨਾਂ ਨੂੰ ਅਲੱਗ-ਅਲੱਗ ਜਿਹੜੀਆਂ ਮਿਸਲਾਂ ਦੇ ਵਿੱਚ ਵੰਡਿਆ ਗਿਆ ਸਰਹੰਦ ਵਿਖੇ। ਸੋ ਇਹ 1762 ਈਸਵੀ ਵਿੱਚ ਵੱਡਾ ਘੱਲੂਘਾਰਾ ਤੋਂ ਬਾਅਦ ਹੋਇਆ, ਅਤੇ ਇਹ ਵੱਡੇ ਘੱਲੂਘਾਰੇ ਦੇ ਵਿੱਚ ਵੀ ਆਪਾਂ ਥੋੜ੍ਹੀ ਦੇਰ 'ਚ ਗੱਲ ਕਰਾਂਗੇ। ਅਤੇ ਹੋਇਆ ਖਾਲਸਾ ਨੇ ਅੰਮ੍ਰਿਤਸਰ ਵਿਖੇ ਅਹਿਮਦ ਸ਼ਾਹ ਨੂੰ ਵੀ ਹਰਾ ਦਿੱਤਾ। ਸਿੱਖਾਂ ਨੇ ਸਤਲੁਜ ਤੋਂ ਯਮੁਨਾ ਵਿਚਲੇ ਇਲਾਕਿਆਂ 'ਤੇ ਮੁੜ ਕਬਜ਼ਾ ਕਰ ਲਿਆ। 1764 ਈਸਵੀ ਵਿੱਚ ਸਰਹੰਦ 'ਤੇ ਕਬਜ਼ਾ ਕਰਨ ਉਪਰੰਤ ਮਿਸਲਦਾਰੀ ਜਿਹੜੀ ਹੈ ਪ੍ਰਣਾਲੀ ਹੋਂਦ ਵਿੱਚ ਆਈ। ਕਪੂਰ ਸਿੰਘ ਅਤੇ ਜੱਸਾ ਸਿੰਘ ਆਹਲੂਵਾਲੀਆ ਨੇ ਸਿੱਖਾਂ ਨੂੰ ਯੋਗ ਅਗਵਾਈ ਦਿੱਤੀ। ਦੇਖੋ ਜਦੋਂ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਦੇ ਮੇਨ ਸੰਭਾਲਣ ਵਾਲੇ ਇਹ ਆਹਲੂਵਾਲੀਆ ਅਤੇ ਕਪੂਰ ਸਿੰਘ ਜੀ ਸਨ, ਜਿਨ੍ਹਾਂ ਨੇ ਸੰਭਾਲਿਆ। ਸੋ 1783 ਸੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਮੌਤ ਪ੍ਰਤੱਖ ਰੂਪ ਵਿੱਚ ਦਲ ਖਾਲਸਾ ਦਾ ਅੰਤ ਹੋ ਗਿਆ ਸੀ। ਠੀਕ ਹੈ ਜੀ। ਇਸ ਦੇ ਬਾਅਦ ਸੋ ਇਸ ਤਰੀਕੇ ਨਾਲ ਦਲ ਖਾਲਸਾ ਦਾ ਤਾਂ ਅੰਤ ਹੋ ਗਿਆ, ਪਰ ਹੁਣ ਆਪਾਂ ਪੜ੍ਹਾਂਗੇ ਛੋਟਾ ਘੱਲੂਘਾਰਾ। ਪਰ ਇਹ ਚੱਲਦਾ ਰਹੇਗਾ ਅੱਗੇ। ਦਲ ਖਾਲਸਾ ਦਾ ਅੰਤ ਹੋਇਆ, ਪਰ ਇਹਨੂੰ ਅੱਗੇ ਸਿੱਖ ਮਿਸਲਾਂ ਦੇ ਵਿੱਚ ਵੰਡਿਆ ਗਿਆ ਸੀ। ਅੱਗੇ ਜੋ ਵੀ ਹੈ ਸੋ ਉਹਨਾਂ ਬਾਰੇ ਆਪਾਂ ਬਾਅਦ 'ਚ ਪੜ੍ਹਾਂਗੇ, ਪਰ ਹੁਣ ਆਪਾਂ ਅੱਜ ਪਹਿਲਾਂ ਪੜ੍ਹ ਰਹੇ ਹਾਂ ਆਪਾਂ ਛੋਟਾ ਘੱਲੂਘਾਰਾ ਕੀ ਸੀ ਅਤੇ ਕਿਵੇਂ ਹੋਇਆ। ਦੇਖੋ ਜਿਵੇਂ ਕਿ ਆਪਾਂ ਪੜ੍ਹਿਆ ਦੀਵਾਨ ਲਖਪਤ ਰਾਏ ਦਾ, ਜਿਹੜਾ ਲਾਹੌਰ ਦਾ ਦੀਵਾਨ ਸੀ ਲਖਪਤ ਰਾਏ, ਉਹਦਾ ਭਰਾ ਜਸਪਤ ਰਾਏ ਅਮੀਨਾਬਾਦ ਦਾ ਫੌਜਦਾਰ ਸੀ, ਅਤੇ ਜਿਸ ਦੀ ਸਿੱਖਾਂ ਨਾਲ ਹੋਈ ਝੜਪ ਵਿੱਚ ਮੌਤ ਹੋ ਗਈ ਸੀ। ਦੀ ਮੌਤ ਦਾ ਬਦਲਾ ਲੈਣਾ ਚਾਹੁੰਦਾ ਸੀ ਜਿਹੜਾ ਉਹਦਾ ਭਰਾ ਸੀ। ਲਾਹੌਰ ਦੇ ਮੁਗਲ ਗਵਰਨਰ ਯਹੀਆ ਖਾਨ
ਜੋ ਕਿ ਜ਼ਕਰੀਆ ਖਾਨ ਦਾ ਬੇਟਾ ਸੀ, ਦੀ ਮਦਦ ਨਾਲ ਲਖਪਤ ਰਾਏ ਨੇ ਸਿੱਖ ਵਿਰੋਧੀ ਵੱਡੀ ਮੁਹਿੰਮ ਚਲਾਈ ਤੇ ਇਸ ਨੂੰ ਅੰਜਾਮ ਦੇਣ ਲਈ ਵੱਡੀ ਸੈਨਾ ਤਿਆਰ ਕੀਤੀ। ਗੁਰਦਾਸਪੁਰ ਨੇੜੇ ਕਾਹਨੂਵਾਲ ਦੇ ਸੰਘਣੇ ਜੰਗਲਾਂ ਵਿੱਚ ਸਿੱਖਾਂ ਨੂੰ ਘੇਰ ਲਿਆ ਗਿਆ, ਜਿੱਥੇ ਉਹਨਾਂ ਨੂੰ, ਦੇਖੋ ਇਹ ਚੀਜ਼ਾਂ ਯਾਦ ਰੱਖਣ ਵਾਲੀਆਂ ਨੇ। ਕਾਹਨੂਵਾਲ ਨੇੜੇ, ਗੁਰਦਾਸਪੁਰ ਨੇੜੇ ਕਾਹਨੂਵਾਲ ਨਾਂ ਦੀ ਇੱਕ ਕੋਈ ਥਾਂ ਹੈ ਜਿਹਦੇ ਸੰਘਣੇ ਜੰਗਲ ਸੀ, ਉੱਥੇ ਸਿੱਖਾਂ ਨੂੰ ਘੇਰ ਲਿਆ ਗਿਆ, ਜਿੱਥੇ ਉਹ ਬਹੁਤ ਬਹਾਦਰੀ ਨਾਲ ਲੜੇ, ਪਰ ਵੱਡੀ ਗਿਣਤੀ ਫੌਜਾਂ ਦੇ ਸਾਹਮਣੇ ਸਿੱਖਾਂ ਨੂੰ ਬਹੁਤ ਨੁਕਸਾਨ ਝੱਲਣਾ ਪਿਆ। ਲਗਭਗ ਦੇਖੋ ਇਹ ਚੀਜ਼ਾਂ ਨੇ ਜਿਹੜੀਆਂ ਯਾਦ ਰੱਖਣ ਵਾਲੀਆਂ ਨੇ, ਜਿਹੜੇ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਮੈਂ ਬੋਲੂँਗਾ। ਗੁਰਦਾਸਪੁਰ ਨੇੜੇ ਕਾਹਨੂਵਾਲ, ਠੀਕ ਹੈ, ਅਤੇ ਲਗਭਗ 7000 ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ ਅਤੇ 3000 ਸਿੱਖਾਂ ਨੂੰ 1 ਅਤੇ 2 ਮਈ 1746 ਦੀ ਵਿੱਚ ਲੜਾਈ ਨਜ਼ਰਬੰਦ ਕਰ ਦਿੱਤਾ ਗਿਆ। ਸੋ ਇਹ ਜਿਹੜੀ 1 ਅਤੇ 2 ਮਈ ਦੀ 1746 ਦੇ ਵਿੱਚ ਜਿਹੜਾ ਛੋਟਾ ਘੱਲੂਘਾਰਾ ਹੋਇਆ ਸੀ, ਇਹ ਡੇਟ ਯਾਦ ਰੱਖਣ ਵਾਲੀਆਂ ਨੇ, ਠੀਕ ਹੈ। ਅਤੇ ਲਖਪਤ ਜਿੱਤਣ ਮਗਰੋਂ ਲਾਹੌਰ ਵੱਲ ਨੂੰ ਪਰਤਿਆ, ਜਿੱਥੇ ਕੈਦੀਆਂ ਨੂੰ ਸਿਰ ਵੱਢਣ ਲਈ ਕੈਦ ਕੀਤਾ ਗਿਆ ਸੀ। ਇਸ ਥਾਂ 'ਤੇ ਅੱਜ ਗੁਰਦੁਆਰਾ ਸ਼ਹੀਦ ਗੰਜ ਮੌਜੂਦ ਹੈ। 1746 ਵਿੱਚ ਹੋਏ ਇਸ ਕਤਲੇਆਮ ਨੂੰ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ। ਇਹ 1762 ਈਸਵੀ ਵਿੱਚ ਵੱਡੇ, ਸੋ ਇਹ 2 ਡੇਟਾਂ ਯਾਦ ਰੱਖਣ ਵਾਲੀਆਂ ਨੇ, ਠੀਕ ਹੈ। ਅਤੇ ਜੇ ਇਹਨਾਂ ਦੇ ਘੱਲੂਘਾਰਾ ਦੀ, ਛੋਟੇ ਘੱਲੂਘਾਰਾ ਜਿਹੜਾ ਹੋਇਆ ਸੀ, ਉਹਦੀ ਯਾਦ ਵੀ 100 ਫੁੱਟ ਉੱਚੀ ਮੀਨਾਰ ਬਤੌਰ ਯਾਦਗਾਰੀ ਮੀਨਾਰ ਦੀ ਉਸਾਰੀ ਗੁਰਦਾਸਪੁਰ ਨੇੜੇ ਕਾਹਨੂਵਾਲ ਵਿਖੇ ਕਰਵਾਈ ਹੈ। ਸੋ ਇਹਨਾਂ ਨੂੰ ਯਾਦ ਰੱਖਣਾ ਹੈ ਕਿ ਕਿੱਥੇ ਹੋਇਆ ਸੀ ਜਿਹੜਾ ਛੋਟਾ ਘੱਲੂਘਾਰਾ ਸੀ, ਦੇਖੋ ਕਾਹਨੂਵਾਲ ਥਾਂ ਹੈ ਅਤੇ ਗੁਰਦਾਸਪੁਰ ਨੇੜੇ, ਇਹ ਯਾਦ ਰੱਖਣ ਵਾਲੀ ਹੈ, ਇਹਦਾ ਸਾਲ ਯਾਦ ਰੱਖਣ ਵਾਲਾ ਹੈ। ਅਤੇ ਜਿਹੜਾ ਵੱਡਾ ਘੱਲੂਘਾਰਾ ਸੀ, ਜਿਹਦੇ ਬਾਰੇ ਹੁਣ ਆਪਾਂ ਪੜ੍ਹਾਂਗੇ, 1762 ਈਸਵੀ ਵਿੱਚ ਹੋਇਆ। ਸੋ ਇਹ ਚੀਜ਼ਾਂ ਯਾਦ ਰੱਖਣ ਵਾਲੀਆਂ ਨੇ। ਓਕੇ, ਹੁਣ ਆਪਾਂ ਚੱਲਦੇ ਹਾਂ ਨੈਕਸਟ ਕਲਾਸ ਦੇ। ਹੁਣ ਆਪਾਂ ਪੜ੍ਹਾ ਵੱਡਾ ਘੱਲੂਘਾਰਾ ਜਿਹੜਾ ਆਇਆ ਸੀ, ਹੁਣ ਉਸਦੇ ਬਾਰੇ। ਸੋ ਦਲ ਖਾਲਸਾ ਸੀ ਜਿਹੜਾ ਸਰਬੱਤ ਖਾਲਸਾ ਤੋਂ ਬਾਅਦ ਆਪਾਂ ਪੜ੍ਹਿਆ ਸੀ, ਅਤੇ ਅਹਿਮਦ ਸ਼ਾਹ ਅਬਦਾਲੀ ਵਿੱਚ ਹੋਈ ਇੱਕ ਰੋਜ਼ਾ, ਕਿਉਂਕਿ ਅਹਿਮਦ ਸ਼ਾਹ ਅਬਦਾਲੀ ਜਦੋਂ ਲੁੱਟ ਖਸੁੱਟ ਕਰਕੇ ਜਾ ਰਿਹਾ ਸੀ, ਉੱਧਰੋਂ ਆਏ ਸੀ, ਉਹਦੇ ਕੋਲ ਕਾਫੀ ਧਨ ਸੀ, ਅਤੇ ਉਹਨੂੰ ਲੁੱਟ ਖਸੁੱਟ, ਕਿਉਂਕਿ ਹੁਣ ਆਪਣੇ ਅਗਰ ਆਪਾਂ ਨੇ ਕੋਈ ਵੀ ਸਿੱਖਾਂ ਨੇ ਸੋਚ ਲਿਆ ਸੀ ਕਿ ਅਗਰ ਆਪਾਂ ਨੇ ਆਪਣੇ ਆਪ ਨੂੰ ਤਿਆਰ ਕਰਨਾ ਤਾਂ ਆਪਣੇ ਕੋਲ ਘੱਟੋ ਘੱਟ ਧਨ ਦੀ ਬਹੁਤ ਜ਼ਰੂਰਤ ਸੀ। ਤਾਂ ਇਹਨਾਂ ਨੇ ਇਹ ਸਭ ਤੋਂ ਵਧੇਰੇ ਦਿਮਾਗ ਲਗਾਇਆ ਕਿ ਇਹਨਾਂ ਤੋਂ ਕਿਉਂ ਨਾ ਖੋਲ੍ਹਿਆ ਜਾਵੇ। ਸੋ ਇੱਕ ਰੋਜ਼ਾ ਲੜਾਈ ਦੌਰਾਨ ਹੋਏ ਕਤਲੇਆਮ ਨੂੰ ਸਿੱਖ ਇਤਿਹਾਸ ਵਿੱਚ ਸੋ ਇਹ ਯਾਦ ਰੱਖਣ ਵਾਲਾ ਹੈ ਕਿ ਵੱਡਾ ਘੱਲੂਘਾਰਾ ਕਿਹਦੇ ਵਿਚਕਾਰ ਹੋਇਆ ਸੀ ਅਤੇ ਛੋਟਾ ਘੱਲੂਘਾਰਾ ਕਿਹਦੇ ਵਿਚਕਾਰ ਹੋਇਆ ਸੀ। ਵੱਡਾ ਘੱਲੂਘਾਰਾ ਅਹਿਮਦ ਸ਼ਾਹ ਅਬਦਾਲੀ ਅਤੇ ਦਲ ਖਾਲਸਾ ਦੇ ਵਿਚਕਾਰ ਹੋਇਆ ਸੀ, ਪਰ ਜਿਹੜਾ ਛੋਟਾ ਘੱਲੂਘਾਰਾ ਉਹ ਲਖਪਤ ਰਾਏ ਦੇ ਕਹਿਣ ਦੇ ਅਨੁਸਾਰ ਯਹੀਆ ਖਾਨ ਨੇ ਜਿਹੜੀ ਆਪਣੀ ਫੌਜ ਭੇਜੀ ਸੀ, ਉਸ ਦੇ ਨਾਲ ਹੋਇਆ ਸੀ। ਸੋ ਪਾਣੀਪਤ ਦੀ ਤੀਜੀ ਇਤਿਹਾਸਿਕ ਲੜਾਈ ਜਿੱਤਣ ਮਗਰੋਂ, ਸੋ ਅਹਿਮਦ ਸ਼ਾਹ ਅਬਦਾਲੀ ਜਿਹੜਾ ਤੀਜੀ ਆਪਣੇ ਸਿੱਖ ਮਗਰੋਂ ਮੁੜ ਰਿਹਾ ਸੀ, ਤਾਂ ਸਿੱਖ ਸੈਨਿਕਾਂ ਨੇ ਕਾਫੀ ਲੁੱਟ ਖਸੁੱਟ ਕੀਤੀ ਅਤੇ ਉਸ ਨੂੰ ਕਾਫੀ ਪਰੇਸ਼ਾਨ ਕੀਤਾ। ਸਿੱਖਾਂ ਨੇ ਸਰਹੰਦ ਅਤੇ ਮਲੇਰਕੋਟਲਾ ਦੀ ਵੀ ਲੁੱਟ ਖਸੁੱਟ ਕੀਤੀ ਅਤੇ ਜਲੰਧਰ ਦੇ ਫੌਜਦਾਰ ਨੂੰ ਅਗਵਾ ਕਰ ਲਿਆ, ਜਿਸ ਨਾਲ ਅਬਦਾਲੀ ਹੋਰ ਗੁੱਸੇ ਵਿੱਚ ਆ ਗਿਆ। ਸਿੱਖ ਜੋ ਕਿ ਮਲੇਰਕੋਟਲਾ ਨੇੜੇ ਕੁੱਪਰਹੀੜਾ, ਦੇਖੋ ਇਹ ਜਿਹੜਾ ਕਾਹਨੂਵਾਲ ਸੀ, ਜਿਹੜਾ ਛੋਟਾ ਘੱਲੂਘਾਰਾ ਸੀ, ਕੁੱਪਰਹੀੜਾ ਹੈ ਜਿਹੜਾ, ਇਹ ਯਾਦ ਰੱਖਣ ਵਾਲੀ ਚੀਜ਼ ਨੇ ਨੂੰ। ਸਿੱਖਾਂ ਅਤੇ ਅਬਦਾਲੀ ਵਿੱਚ ਘਮਾਸਾਨ ਦੀ ਲੜਾਈ ਹੋਈ। ਸਿੱਖਾਂ ਨੇ ਲੜਦੇ ਮਰਨ ਦੀ ਸਹੁੰ ਖਾਧੀ, ਪਰ ਛੇਤੀ ਹੀ ਅਬਦਾਲੀ ਦੀ ਵੱਡੀ ਸੈਨਾ ਨੇ ਉਹਨਾਂ 'ਤੇ ਕਬਜ਼ਾ ਕਰ ਲਿਆ। ਇਸ ਕਤਲੇਆਮ ਵਿੱਚ ਲਗਭਗ 20,000 ਤੋਂ 50,000 ਸਿੱਖਾਂ, ਔਰਤਾਂ ਅਤੇ ਬੱਚਿਆਂ ਸਮੇਤ ਮਾਰੇ ਗਏ। 1762 ਈਸਵੀ ਵਿੱਚ ਹੋਏ ਇਸ ਕਤਲੇਆਮ ਨੂੰ ਵੱਡਾ ਘੱਲੂਘਾਰਾ ਕਿਹਾ ਜਾਂਦਾ ਹੈ। ਅਜਿਹਾ 1746 ਈਸਵੀ ਵਿੱਚ ਹੋਏ ਛੋਟੇ ਘੱਲੂਘਾਰੇ ਤੋਂ ਇਸ ਨੂੰ ਵੱਖਰੀ ਪਛਾਣ ਦੇਣ ਲਈ ਕੀਤਾ ਗਿਆ ਹੈ। ਸੋ ਦੇਖੋ ਜਿਹੜਾ ਛੋਟਾ ਘੱਲੂਘਾਰਾ ਸੀ, ਉਹਦੇ ਵਿੱਚ ਲਗਭਗ 7000 ਦੇ ਨੇੜੇ ਤੇੜੇ ਸੀ ਜਿਨ੍ਹਾਂ ਦੇ ਸਿੱਖਾਂ ਦਾ ਕਤਲੇਆਮ ਹੋਇਆ ਸੀ, ਪਰ ਇੱਥੇ ਵੱਡਾ ਜਿਹੜਾ 1762 ਈਸਵੀ ਵਿੱਚ ਹੋਇਆ, ਇਹ ਬਹੁਤ ਹੀ ਵੱਡਾ ਸੀ। 20 ਤੋਂ 50,000 ਕੋਈ ਬਹੁਤ ਹੀ ਵੱਡੀ ਸੰਖਿਆ ਹੈ। ਸੋ ਪੰਜਾਬ ਸਰਕਾਰ ਨੇ ਪਿੰਡ ਕੁੱਪਰਹੀੜਾ ਨੇੜੇ ਮਲੇਰਕੋਟਲਾ ਜ਼ਿਲ੍ਹਾ ਸੰਗਰੂਰ ਵਿਖੇ ਵੱਡਾ ਘੱਲੂਘਾਰਾ ਦੀ ਯਾਦਗਾਰ ਬਣਵਾਈ ਹੈ। ਸੋ ਇਹ ਚੀਜ਼ਾਂ ਤੁਹਾਨੂੰ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਯਾਦ ਰੱਖਣ ਵਾਲੀਆਂ ਨੇ, ਠੀਕ ਹੈ। ਕੁੱਪਰਹੀੜਾ ਥਾਂ ਸੀ, ਮਲੇਰਕੋਟਲਾ ਜ਼ਿਲ੍ਹਾ ਸੰਗਰੂਰ ਹੈ ਜਿਹੜਾ, ਪਰ ਇਹ ਅੱਜ ਕੱਲ੍ਹ ਮਲੇਰਕੋਟਲੇ ਜ਼ਿਲ੍ਹੇ ਦੇ ਵਿੱਚ ਹੀ ਆਉਂਦਾ, ਕਿਉਂਕਿ ਉਸ ਟਾਈਮ ਮਲੇਰਕੋਟਲਾ ਜ਼ਿਲ੍ਹਾ ਨਹੀਂ ਸੀ ਜਦੋਂ ਇਹ ਕਿਤਾਬ ਬਣੀ ਸੀ। ਸੋ ਇਹ ਯਾਦ ਰੱਖਣ ਵਾਲੀ ਚੀਜ਼ਾਂ ਨੇ। ਸੋ ਆਈ ਹੋਪ ਕਿ ਅੱਜ ਦਾ ਇਹ ਲੈਕਚਰ ਤੁਹਾਨੂੰ ਵਧੀਆ ਲੱਗਿਆ ਹੋਵੇਗਾ। ਜੇ ਤੁਹਾਨੂੰ ਲੈਕਚਰ ਵਧੀਆ ਲੱਗਿਆ ਹੋਵੇ ਅਤੇ ਹੋਰ ਇਸ ਟਾਈਪ ਦੀ ਤੁਸੀਂ ਕਲਾਸਾਂ ਚਾਹੁੰਦੇ ਹੋ ਤਾਂ ਇਸ ਨਾਲ ਜੁੜੇ ਰਹੋ, ਚੈਨਲ ਨਾਲ, ਅਤੇ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ। ਅਤੇ ਜੇਕਰ ਤੁਹਾਨੂੰ ਕੋਈ ਕੁਐਸਚਨ ਹੈ, ਤੁਸੀਂ ਕਮੈਂਟ ਬਾਕਸ ਦੇ ਵਿੱਚ ਮੈਨੂੰ ਪੁੱਛ ਸਕਦੇ ਹੋ। ਥੈਂਕ ਯੂ।